ਅੱਜ ਦੇ ਇਸ ਲੈਕਚਰ ਦੇ ਵਿੱਚ ਫਿਰ ਤੋਂ ਤੁਹਾਡਾ ਸਵਾਗਤ। ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਚੰਗਾ ਲੱਗੇ ਲਾਈਕ ਕਰਿਓ। ਅਖੌਤਾਂ, ਪਹਿਲੀਆਂ 5 ਅਖੌਤਾਂ ਦੀ ਵਿਚਾਰ ਚਰਚਾ ਅੱਜ ਅਸੀਂ ਤੁਹਾਡੇ ਨਾਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਜਾਣਨ ਦੀ ਲੋੜ ਹੈ ਕਿ ਅਖੌਤ ਕਹਿੰਦੇ ਕਿਹਨੂੰ ਹਾਂ ਜਾਂ ਇਸ ਦੇ ਬਰਾਬਰ ਸਮਾਨਾਰਥੀ ਹੋਰ ਕਿਹੜੇ-ਕਿਹੜੇ ਸ਼ਬਦ ਅਸੀਂ ਵਰਤਦੇ ਹਾਂ। ਤਾਂ ਅਖੌਤ ਲਈ ਅਖੌਤ, ਅਖਾਣ, ਕਹਾਵਤ, ਆਖੀ ਕਈ ਗੱਲ, ਲੋਕ ਸਿਆਣਾ, ਇਹਨਾਂ ਦੇ ਸਮਾਨ ਅਰਥਾਂ ਵਿੱਚ ਵਰਤੇ ਜਾਣ ਵਾਲੇ ਸਾਡੇ ਕੋਲ ਸ਼ਬਦ ਨੇ ਜਾਂ ਅਖੌਤ ਨੂੰ ਇਹਨਾਂ ਨਾਵਾਂ ਨਾਲ ਜਾਣਿਆ ਜਾਂਦਾ। ਇਹ ਆਮ ਬੋਲ ਚਾਲ ਦਾ ਇੱਕ ਲੋਕ ਪ੍ਰਵਾਨਿਤ ਕਾਵਿਕ ਅੰਸ਼ ਹੁੰਦਾ। ਕਹਿਣ ਦਾ ਭਾਵ ਇਹ ਹੈ ਕਿ ਅਖੌਤ ਸਾਡੀ ਆਮ ਬੋਲ ਚਾਲ ਦਾ ਇੱਕ ਅਜਿਹਾ ਕਾਵਿਕ ਵਾਕ ਹੁੰਦਾ ਹੈ ਜਿਸ ਵਿੱਚ ਪੀੜ੍ਹੀਆਂ ਦਾ ਤਜਰਬਾ ਹੁੰਦਾ ਹੈ, ਜੀਵਨ ਸੱਚ ਹੁੰਦਾ ਹੈ ਅਤੇ ਕੁੱਜੇ 'ਚ ਸਮੁੰਦਰ ਭਰਿਆ ਹੁੰਦਾ ਹੈ। ਇਹਦੇ ਵਿੱਚ ਲੋਕ ਅਨੁਭਵ ਜਾਂ ਲੋਕਾਂ ਦਾ ਤਜਰਬਾ ਹੁੰਦਾ, ਲੋਕ ਸਮੂਹ ਦੀ ਪ੍ਰਵਾਨਗੀ ਹੁੰਦੀ ਹੈ ਅਤੇ ਇਹ ਪਰੰਪਰਾਗਤ ਰੂਪ ਦੇ ਵਿੱਚ ਸਾਹਿਤਕ ਅੰਸ਼ਾਂ ਦੇ ਰੂਪ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ ਔਰ ਪੰਜਾਬੀ ਸੱਭਿਆਚਾਰ ਦਾ ਇਹ ਅਟੁੱਟ ਅੰਗ ਹੁੰਦੀਆਂ ਨੇ ਅਖੌਤਾਂ। ਔਰ ਗੱਲਬਾਤ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਲਈ, ਪ੍ਰਮਾਣਿਕਤਾ ਦੇ ਲਈ ਜਾਂ ਗੱਲਬਾਤ ਨੂੰ ਸਿੱਧ ਕਰਨ ਦੇ ਲਈ ਅਸੀਂ ਅਖੌਤ ਦੀ ਵਰਤੋਂ ਕਰਦੇ ਹਾਂ ਕਿ ਜਿਵੇਂ ਕਿ ਆਹ ਗੱਲ ਹੈ ਜਿਹੜੀ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਇਹਦੀ ਜਗ੍ਹਾ 'ਤੇ ਅਸੀਂ ਇਹ ਵੀ ਕਹਿ ਸਕਦੇ ਹਾਂ। ਇਹ ਉਹ ਲੋਕ ਪ੍ਰਮਾਣਿਤ ਪਰੰਪਰਾਗਤ ਕਾਵਿਕ ਅੰਸ਼ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਪੀੜ੍ਹੀਆਂ ਦਾ ਤਜਰਬਾ, ਪੀੜ੍ਹੀਆਂ ਦਾ ਸੱਚ ਹੁੰਦਾ ਹੈ ਇੱਕ ਵਾਕ ਦੇ ਵਿੱਚ ਹੀ। ਔਰ ਕੁੱਜੇ 'ਚ ਸਮੁੰਦਰ ਭਰਨ ਦੀ ਜਿਹੜੀ ਗੱਲ ਹੈ ਕਿ ਵੱਡੀ ਤੋਂ ਵੱਡੀ ਜਿਹੜੀ ਗੱਲ ਹੈ ਅਸੀਂ ਇਸ ਅਖੌਤ ਦੇ ਰਾਹੀਂ ਆਪਣੀ ਗੱਲ ਕਲੀਅਰ ਸਪਸ਼ਟ ਕਰ ਸਕਦੇ ਹਾਂ। ਬਹੁਤ ਮਹੱਤਵਪੂਰਨ ਹਨ ਇਹ ਅਖੌਤਾਂ। ਸਿਰਫ ਇੱਕ ਵਿਸ਼ੇ ਦੇ ਰੂਪ 'ਚ ਹੀ ਨਹੀਂ ਲੈਣਾ ਚਾਹੀਦਾ ਇਸ ਨੂੰ ਕਿ ਕਿਸੇ ਜਮਾਤ ਦੇ ਵਿੱਚ ਇੱਕ ਵਿਸ਼ਾ ਲੱਗਾ ਦਿੱਤਾ ਹੀ ਤਾਂ ਹੀ ਪੜ੍ਹਨਾ, ਆਮ ਲੋਕ ਜੀਵਨ ਦੇ ਵਿੱਚ ਵੀ ਅਪਣਾਉਣਾ ਚਾਹੀਦਾ। ਔਰ ਇੱਥੋਂ ਤੱਕ ਕਿ ਜਿਵੇਂ ਅਸੀਂ ਸੰਖੇਪ ਰਚਨਾ ਕਰਦੇ ਹਾਂ ਤਾਂ ਉਸ ਲਈ ਵੀ ਇਹ ਬਹੁਤ ਮਹੱਤਵਪੂਰਨ ਹਨ। ਲੋਕ ਪ੍ਰਵਾਨਗੀ ਹੁੰਦੀ ਹੈ ਔਰ ਇਹਦਾ ਰਚਨਹਾਰਾ ਕੌਣ ਹੈ? ਗੁੰਮਨਾਮ ਹੁੰਦਾ ਹੈ, ਲੋਕ ਸਮੂਹ ਦੀ ਕਿਰਤ ਹੁੰਦੀਆਂ ਨੇ। ਔਰ ਸਾਹਿਤਕ ਹੈ, ਲੋਕ ਸਾਹਿਤ ਦਾ ਹਿੱਸਾ ਹਨ, ਲੋਕਧਾਰਾ ਦਾ ਅੰਗ ਹਨ। ਸੋ ਤੁਹਾਡੀ ਪਾਠ ਪੁਸਤਕ ਦੀ ਜਿਹੜੀ ਪਹਿਲੀ ਅਖੌਤ ਹੈ ਅਸੀਂ ਉਹ ਲੈਂਦੇ ਹਾਂ। ਤੋ ਦੋ ਤਰ੍ਹਾਂ ਦੇ ਵਰਤਾਰੇ ਨੇ। ਇੱਕ ਪ੍ਰਸ਼ਨ ਆਉਣਾ ਹੈ ਕਿ ਅਖੌਤ ਪੂਰੀ ਕਰੋ, ਇਹ 2 ਨੰਬਰ ਦਾ, ਇਹ ਆਉਣਾ ਹੀ ਆਉਣਾ। ਸੋ ਜਿਵੇਂ ਉੱਠੇ ਤਾਂ ਉੱਠ, ਇਸ ਅਖੌਤ ਨੂੰ ਪੂਰੀ ਕਰੋ ਤੇ ਕੀ ਕਹਾਂਗੇ ਕਿ ਉੱਠੇ ਤਾਂ ਉੱਠ ਨਹੀਂ ਤਾਂ ਰੇਤੇ ਦੀ ਮੁੱਠ। ਅਖੌਤ ਨੂੰ ਸਮਝਣ ਦੇ ਲਈ ਪਹਿਲਾਂ ਅਖੌਤ ਦੇ ਸਧਾਰਨ ਅਰਥਾਂ ਨੂੰ ਸਮਝਣ ਦੀ ਲੋੜ ਹੈ। ਹੁਣ ਉੱਠੇ ਤਾਂ ਉੱਠ, ਜਿਹੜਾ ਉੱਠਦਾ ਹੈ, ਯਤਨ ਕਰਦਾ ਹੈ, ਹਿੰਮਤ ਕਰਦਾ ਹੈ, ਉਹ ਉੱਠਿਆ ਹੋਇਆ ਵਿਕਾਸ ਵਾਲੇ ਰਾਹ 'ਤੇ। ਨਹੀਂ ਤਾਂ ਰੇਤੇ ਦੀ ਮੁੱਠ, ਜਿਹੜਾ ਉੱਠਦਾ ਨਹੀਂ, ਯਤਨ ਨਹੀਂ ਕਰਦਾ, ਹਿੰਮਤ ਨਹੀਂ ਕਰਦਾ, ਰੇਤੇ ਦੀ ਮੁੱਠ ਵਾਂਗ ਹੁੰਦਾ, ਜਿਵੇਂ ਰੇਤ ਦੀ ਮੁੱਠ ਭਰੀ ਹੋਵੇ ਤੇ ਹੱਥੋਂ ਗਿਰ ਜਾਂਦੀ। ਅੱਗੇ ਜਾਂ ਤੇ ਇਸ ਅਖੌਤ ਨੂੰ ਵਾਕ 'ਚ ਵਰਤਣਾ ਹੈ ਤੇ ਜਾਂ ਇਸ ਅਖੌਤ ਦੀ ਸਥਿਤੀ ਦੱਸਣੀ ਹੈ ਕਿ ਇਹਦੇ ਅਰਥ ਕੀ ਹਨ ਔਰ ਵਰਤੀ ਕਿੱਥੇ ਜਾਂਦੀ ਹੈ। ਦੋਨਾਂ 'ਚੋਂ ਜੇਕਰ ਇੱਕ ਵੀ ਜਵਾਬ ਦੇ ਦਿੱਤਾ ਜਾਂਦਾ ਹੈ ਤਾਂ ਵੀ ਨੰਬਰ ਪੂਰੇ ਆਉਣੇ ਹਨ। ਸੋ ਉੱਠੇ ਤਾਂ ਉੱਠ ਨਹੀਂ ਤਾਂ ਰੇਤੇ ਦੀ ਮੁੱਠ ਅਖੌਤ ਕਿੱਥੇ ਵਰਤੀ ਜਾਂਦੀ ਹੈ? ਜਿੱਥੇ ਇਹ ਦੱਸਣਾ ਹੋਵੇ ਕਿ ਨਿਕੰਮਾ ਵਿਅਕਤੀ ਬੇਕਾਰ ਹੁੰਦਾ ਹੈ, ਜਿਹੜਾ ਯਤਨ ਕਰਦਾ, ਹਿੰਮਤ ਕਰਦਾ ਹੈ, ਉਸ ਦਾ ਮਹੱਤਵ ਹੁੰਦਾ ਹੈ। ਜਿੱਥੇ ਇਸ ਤਰ੍ਹਾਂ ਦੀ ਸਥਿਤੀ ਅਸੀਂ ਦੱਸਣੀ ਹੋਵੇ ਉੱਥੇ ਇਸ ਅਖੌਤ ਦੀ ਵਰਤੋਂ ਕਰਦੇ ਹਾਂ। ਜਿਵੇਂ ਅੱਗੇ ਵਾਕ 'ਚ ਅਖੌਤ ਵਰਤੀ ਹੈ, ਮਨਵੀਰ ਤੂੰ ਦੁਪਹਿਰ ਤੱਕ ਸੁੱਤਾ ਹੀ ਨਾ ਰਿਹਾ ਕਰ, ਜਦੋਂ ਤੱਕ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਤੂੰ ਆਪਣੇ ਬਾਪੂ ਜੀ ਦਾ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਇਆ ਕਰ। ਵੇਲ ਅਤੇ ਆਲਸ ਤਾਂ ਬੰਦੇ ਨੂੰ ਨਿਕੰਮਾ ਕਰ ਦਿੰਦੀ ਹੈ। ਸਿਆਣਿਆਂ ਨੇ ਠੀਕ ਹੀ ਕਿਹਾ, ਉੱਠੇ ਤਾਂ ਉੱਠ ਨਹੀਂ ਤਾਂ ਰੇਤੇ ਦੀ ਮੁੱਠ। ਮਨਵੀਰ ਦੇ ਮਾਤਾ ਜੀ ਨੇ ਉਸ ਨੂੰ ਸਮਝਾਉਂਦਿਆਂ ਕਿਹਾ। ਇਹ ਆ ਵਾਕ 'ਚ ਵਰਤੋਂ। ਤੁਸੀਂ ਇਹ ਵੀ ਕਹਿ ਸਕਦੇ ਕਿ ਅਧਿਆਪਕ ਜੀ ਨੇ ਕਿਹਾ ਕਿ ਕਾਕਾ ਪੜ੍ਹਿਆ ਕਰੋ, ਮਿਹਨਤ ਕਰਿਆ ਕਰੋ, ਅਵੇਸਲੇ ਨਾ ਰਿਹਾ ਕਰੋ, ਅਵੇਸਲੇ ਰਹੋਗੇ ਤੁਸੀਂ ਪਾਸ ਨਹੀਂ ਹੋ ਸਕਦੇ, ਚੰਗੇ ਨੰਬਰ ਨਹੀਂ ਲੈ ਸਕਦੇ। ਇਸੇ ਕਰਕੇ ਸਿਆਣੇ ਨੇ ਕਿਹਾ ਉੱਠੇ ਤਾਂ ਉੱਠ ਨਹੀਂ ਤਾਂ ਰੇਤੇ ਦੀ ਮੁੱਠ। ਆਪਣੇ ਕੋਲੋਂ ਵੀ ਤੁਸੀਂ ਵਧੀਆ ਤਰੀਕੇ ਦੇ ਨਾਲ, ਆਸਾਨੀ ਦੇ ਨਾਲ ਵਾਕ ਬਣਾ ਸਕਦੇ ਜੇ ਜਿਹੜੇ ਤੁਹਾਨੂੰ ਸਮਝ ਆਉਂਦੇ ਹੋਣ। ਸੋ ਦੂਸਰੀ ਅਖੌਤ, ਹਾਂਜੀ, ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਹਰਾਂ। ਹੁਣ ਸਭ ਤੋਂ ਪਹਿਲਾਂ ਤੁਹਾਨੂੰ ਸਮਝਣਾ ਪਏਗਾ
ਕਿ ਅਸ਼ਰਫੀਆਂ ਕੀ ਨੇ, ਅਸ਼ਰਫੀਆਂ ਕਿਹਨੂੰ ਕਹਿੰਦੇ ਆ। ਇਸ ਚੀਜ਼ ਨੂੰ ਸਮਝਣ ਦੇ ਲਈ ਤੁਹਾਨੂੰ ਇਹਦੇ ਸ਼ਬਦਾਂ ਦੇ ਅਰਥਾਂ ਤੱਕ ਜਾਣਾ ਪਏਗਾ। ਅਸ਼ਰਫੀਆਂ ਹੁੰਦੀਆਂ ਸੋਨੇ ਦੇ ਸਿੱਕੇ, ਕਿ ਜਿਵੇਂ ਸੋਨੇ ਦੇ ਸਿੱਕਿਆਂ ਦੀ ਲੁੱਟ ਮਚਾਈ ਹੋਵੇ, ਜਿੱਥੇ ਮਰਜ਼ੀ ਸੁੱਟੇ ਹੋਣ, ਕੋਈ ਕਦਰ ਨਾ ਹੋਈ ਹੋਵੇ, ਤੇ ਜਿਹੜੇ ਕੋਲੇ ਨੇ ਉਹਨਾਂ ਤੇ ਮੋਹਰਾਂ ਲਾ ਕੇ ਰੱਖੀਆਂ ਹੋਣਗੀਆਂ, ਬੜੇ ਕੀਮਤੀ, ਇਹਨਾਂ ਨੂੰ ਸੰਭਾਲ ਕੇ ਰੱਖਣਾ। ਤਾਂ ਇਹਦੀ ਵਰਤੋਂ ਦੀ ਸਥਿਤੀ ਕੀ ਹੈ? ਇਸ ਅਖੌਤ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਜਿੱਥੇ ਇਹ ਦੱਸਣਾ ਹੋਵੇ ਕਿ ਕੀਮਤੀ ਵਸਤਾਂ ਦੀ ਸੰਭਾਲ ਲਈ ਲਾਪਰਵਾਹੀ ਵਰਤੀ ਜਾ ਰਹੀ ਹੈ ਤੇ ਨਿਗੁਣੀਆਂ ਵਸਤਾਂ ਦੀ ਸੰਭਾਲ ਕੀਤੀ ਜਾ ਰਹੀ ਹੈ, ਉੱਥੇ ਅਸੀਂ ਇਸ ਅਖੌਤ ਦੀ ਵਰਤੋਂ ਕਰਦੇ ਹਾਂ। ਜਿਵੇਂ ਕਿ ਤੁਹਾਡੇ ਇੱਕ ਵਾਕ ਬਣਾਇਆ ਅਸੀਂ, ਸ਼ਰਨਜੀਤ ਨਕਲੀ ਗਹਿਣਿਆਂ ਨੂੰ ਡੱਬਿਆਂ ਵਿੱਚ ਸਾਂਭ ਰੱਖਦੀ ਹੈ। ਇੱਕ ਦਿਨ ਉਹ ਆਪਣੀ ਸੋਨੇ ਦੀ ਅੰਗੂਠੀ ਗੁਸਲਖਾਨੇ ਵਿੱਚ ਰੱਖ ਕੇ ਭੁੱਲ ਗਈ। ਇਹ ਵੇਖ ਕੇ ਉਸਦੀ ਮਾਂ ਨੇ ਕਿਹਾ, ਨਕਲੀ ਗਹਿਣੇ ਤਾਂ ਬੜੇ ਸਾਂਭ ਕੇ ਰੱਖਦੀ ਏ, ਸੋਨੇ ਦੀ ਅੰਗੂਠੀ ਇੱਥੇ ਰੱਖੀ ਪਈ ਹੈ। ਤੇਰਾ ਤਾਂ ਉਹ ਹਾਲ ਹੈ, ਆਖੇ ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਹਰਾਂ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਵਿਦਿਆਰਥਣ ਦਾ ਮੈਂ ਹਾਲ ਕੀ ਦੇਖਿਆ ਕਿ ਆਪਣੀ ਜਿਹੜੀ ਆ ਕੂੜਾ ਕਬਾੜਾ ਦੀਆਂ ਚੀਜ਼ਾਂ ਜਿਹੜੀਆਂ ਕਿ ਕੂੜੇ 'ਚ ਸੁੱਟਣ ਵਾਲੀਆਂ, ਉਹਨਾਂ ਨੂੰ ਸੰਭਾਲ ਰੱਖਿਆ, ਜਿਨ੍ਹਾਂ ਨੇ ਕਿਤੇ ਕੰਮ ਨਹੀਂ ਆਉਣਾ। ਤੇ ਜਿਹੜੀਆਂ ਉਹਦੀਆਂ ਕਿਤਾਬਾਂ ਸੀਗੀਆਂ, ਉਹਦੀਆਂ ਜਿਹੜੀ ਕਾਪੀਆਂ ਸਨ, ਜਿਹੜੇ ਪੈਨ ਸਨ, ਜਿਨ੍ਹਾਂ ਨੂੰ ਉਹਨੇ ਆਪਣੀ ਜਮਾਤ ਦੇ ਵਿਸ਼ੇ ਦੇ ਵਿੱਚ ਪੜ੍ਹਨ ਪੜ੍ਹਾਉਣ ਲਈ ਵਰਤ ਕੇ ਕਿਤੇ ਵੱਡਾ ਅਫਸਰ ਬਣਨਾ, ਤਰੱਕੀ ਕਰਨਾ ਉਸਨੇ, ਉਹ ਉੱਦਾਂ ਹੀ ਖਿਲ ਰਹੀਆਂ ਪਈਆਂ ਨੇ, ਉਹਨਾਂ ਦੀ ਸੰਭਾਲ ਹੀ ਨਹੀਂ। ਅਖੇ ਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਹਰਾਂ। ਕੁੜੀਏ, ਆਪਣੀਆਂ ਕੀਮਤੀ ਚੀਜ਼ਾਂ ਨੂੰ ਵੀ ਸੰਭਾਲ ਕੇ ਰੱਖਿਆ ਕਰ। ਸੋ ਕੁਝ ਵੀ ਅਸੀਂ ਇਸ ਚੀਜ਼ ਨੂੰ ਜਦੋਂ ਸਾਨੂੰ ਪਤਾ ਲੱਗੇ ਵੀ ਇਹ ਅਖੌਤ ਅਸੀਂ ਕਿੱਥੇ ਵਰਤ ਸਕਦੇ ਹਾਂ, ਤਾਂ ਇਸ ਅਖੌਤ ਨੂੰ ਆਮ ਬੋਲਚਾਲ ਦੇ ਵਿੱਚ ਅਸੀਂ ਵਰਤ ਸਕਦੇ ਹਾਂ। ਤੀਸਰੀ ਅਖੌਤ, ਅੱਗੇ ਸੱਪ ਤੇ ਪਿੱਛੇ ਸ਼ੇਰ। ਅੱਗੇ ਸੱਪ ਹੈ, ਪਿੱਛੇ ਸ਼ੇਰ ਹੈ, ਸ਼ੇਰ ਹੈ। ਕੀ ਸਥਿਤੀ ਹੈ ਕਿ ਜਦੋਂ ਹਰ ਪਾਸੇ ਮੁਸੀਬਤ ਹੋਵੇ, ਹਰ ਪਾਸੇ ਮੁਸ਼ਕਲ ਹੋਵੇ, ਉਸ ਸਥਿਤੀ ਨੂੰ ਦੱਸਣ ਦੇ ਲਈ ਅਸੀਂ ਇਸ ਅਖੌਤ ਦੀ ਵਰਤੋਂ ਕਰਦੇ ਹਾਂ। ਜਿਵੇਂ ਵਾਕ ਬਣਾਇਆ ਤੁਹਾਡੇ, ਵਾਕ ਕੀ ਹੈ? ਅਜੀਤ ਸਿੰਘ ਆਪਣੀ ਜ਼ਮੀਨ ਗਹਿਣੇ ਰੱਖ ਕੇ ਵਿਦੇਸ਼ ਗਿਆ। ਉੱਥੇ ਪਹੁੰਚ ਕੇ ਪਤਾ ਲੱਗਿਆ ਕਿ ਏਜੰਟ ਨੇ ਉਸ ਨਾਲ ਧੋਖਾ ਕੀਤਾ ਹੈ ਤੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਿਆ ਹੈ। ਉਹ ਨਾ ਵਿਦੇਸ਼ ਵਿੱਚ ਰਹਿ ਕੇ ਆਜ਼ਾਦੀ ਨਾਲ ਕੋਈ ਕੰਮ ਕਰ ਸਕਦਾ ਸੀ ਅਤੇ ਨਾ ਹੀ ਦੇਸ਼ ਵਾਪਸ ਆ ਸਕਦਾ ਸੀ। ਉਸ ਦੀ ਤਾਂ ਅੱਗੇ ਸੱਪ ਦੇ ਪਿੱਛੇ ਛੀਂ ਵਾਲੀ ਹਾਲਤ ਸੀ। ਇਹ ਵੀ ਕਹਿ ਸਕਦੇ ਹਾਂ ਕਿ ਪਿੱਛੇ ਲੜਾਈ ਲੱਗੀ ਹੋਈ ਸੀ, ਅਗਲੇ ਪਾਸੇ ਹੜ੍ਹ ਆਇਆ ਹੋਇਆ ਸੀ, ਦੋਨੇ ਪਾਸੇ ਉਹ ਜਾ ਨਹੀਂ ਸੀ ਸਕਦਾ। ਉਹਦੀ ਤਾਂ ਇਹ ਹਾਲਤ ਸੀ, ਅੱਗੇ ਸੱਪ ਤੇ ਪਿੱਛੇ ਛੀਂ। ਅਗਲੀ ਅਖੌਤ 4 ਨੰਬਰ ਕੀ ਹੈ? ਆਦਰ ਤੇਰੀ ਚਾਦਰ ਨੂੰ, ਚਾਦਰ ਰੁਤਬਾ ਅਮੀਰੀ, ਤੇ ਬਹਿਣਾ ਤੇਰੇ ਗਹਿਣੇ ਨੂੰ, ਗਹਿਣਾ ਹਾਰ ਸ਼ਿੰਗਾਰ ਅਮੀਰੀ। ਕਿੱਥੇ ਵਰਤੀ ਜਾਂਦੀ ਹੈ ਅਖੌਤ? ਕਿਹੜੀ ਸਥਿਤੀ 'ਚ ਵਰਤੀ ਜਾਂਦੀ ਹੈ? ਵਿਅਕਤੀ ਦੀ ਅਮੀਰੀ ਅਤੇ ਰੁਤਬੇ ਨੂੰ ਸਤਿਕਾਰ ਮਿਲਣ ਦੇ ਸੰਦਰਭ ਦੇ ਵਿੱਚ ਇਸ ਅਖੌਤ ਦੀ ਅਸੀਂ ਵਰਤੋਂ ਕਰਦੇ ਹਾਂ। ਵਾਕ ਕੀ ਹੈ? ਨੋਟ ਕਰੋ। ਜਦੋਂ ਦਾ ਹਰਜਿੰਦਰ ਸਿੰਘ ਪ੍ਰਧਾਨ ਬਣਿਆ ਹੈ, ਉਹਦੀ ਬੈਠਕ ਵਿੱਚ ਬੜੀ ਰੌਣਕ ਲੱਗੀ ਰਹਿੰਦੀ ਹੈ। ਸੁਰੇਸ਼ ਨੇ ਕਿਹਾ, ਅਗਲਾ ਵਾਕ ਕੀ ਹੈ? ਲੋਕ ਹਰਜਿੰਦਰ ਸਿੰਘ ਕਰਕੇ ਥੋੜ੍ਹਾ ਜਾਂਦੇ ਹਨ, ਉਹ ਤਾਂ ਉਸਦੀ ਪ੍ਰਧਾਨਗੀ ਕਰਕੇ ਜਾਂਦੇ ਹਨ। ਸਿਆਣਿਆਂ ਨੇ ਠੀਕ ਹੀ ਕਿਹਾ ਕਿ ਆਦਰ ਤੇਰੀ ਚਾਦਰ ਨੂੰ ਤੇ ਬਹਿਣਾ ਤੇਰੇ ਗਹਿਣੇ ਨੂੰ, ਰਾਜਵਿੰਦਰ ਨੇ ਉੱਤਰ ਦਿੱਤਾ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਵਿਦੇਸ਼ੋਂ ਆਇਆ ਹਰਜਿੰਦਰ ਬਹੁਤ ਅਮੀਰ ਬਣ ਗਿਆ। ਜਦੋਂ ਪੜ੍ਹਨਾ ਲਿਖਣਾ ਵੀ ਨਹੀਂ ਸੀ ਆਉਂਦਾ, ਪਿੰਡ ਦੇ ਵਿੱਚ ਰਹਿੰਦਾ ਸੀ ਤੇ ਕੋਈ ਵੀ ਉਹਦੇ ਲਾਗੇ ਨਹੀਂ ਸੀ ਰਹਿੰਦਾ। ਜਦੋਂ ਦਾ ਵਿਦੇਸ਼ੋਂ ਆਇਆ, ਵੱਡਾ ਮਹੱਲ ਬਣਾਇਆ, ਖਾਂਦਾ ਪੀਂਦਾ ਚੰਗਾ, ਰਹਿੰਦਾ ਵਧੀਆ, ਅਮੀਰ ਹੋ ਗਿਆ, ਵੱਡੀਆਂ ਗੱਡੀਆਂ ਨੇ, ਤੇ ਹੁਣ ਤਾਂ ਲੋਕਾਂ ਦੀ ਇਕੱਠ ਵੀ ਉਹਨਾਂ ਦੇ ਘਰ ਵਿੱਚ ਦੇਖਣ ਨੂੰ ਮਿਲਦੇ ਨੇ। ਤੇ ਦੂਸਰੇ ਨੇ ਕਿਹਾ ਵੀ ਕਾਕਾ ਗੱਲ ਇੱਦਾਂ ਹੈ, ਰੁਤਬੇ ਨੂੰ ਅਮੀਰੀ ਨੂੰ ਸਲਾਮ ਤੇ ਹੋਣੀ ਹੈ। ਇਸੇ ਕਰਕੇ ਸਿਆਣਿਆਂ ਨੇ ਕਿਹਾ ਆਦਰ ਤੇਰੀ ਚਾਦਰ ਨੂੰ ਤੇ ਬਹਿਣਾ ਤੇਰੇ ਗਹਿਣੇ ਨੂੰ। ਆਮ ਬੋਲਚਾਲ ਦੇ ਵਿੱਚ ਇਸ ਨੂੰ ਅਸੀਂ ਵਰਤ ਸਕਦੇ ਹਾਂ। ਅਖੌਤ 5, ਆਪੇ ਫਾਥੜੀਏ, ਫਾਥੜੀਏ ਕੁੱਟਣਾ ਕੁੱਟਣਾ, ਤੈਨੂੰ ਕੌਣ ਛਡਾਏ, ਜਿਹਨੂੰ ਕੁੱਟ ਪੈਰੀ ਉਹਨੂੰ ਛਡਾਉਣਾ ਹੈ। ਆਪੇ, ਜਦੋਂ ਆਪੇ ਕੁੱਟੀਏ ਤੇ ਫਿਰ ਛਡਾਉਣ ਵਾਲਾ ਕੌਣ ਲਿਆਈਏ, ਕਿੱਥੋਂ ਲਿਆਇਆ ਜਾਵੇ? ਇਹਦੇ ਅਰਥ ਕੀ ਹੈ? ਕਦੋਂ ਵਰਤਦੇ ਇਸ ਅਖੌਤ ਨੂੰ? ਜਦੋਂ ਆਪਣੀ ਮੁਸੀਬਤ ਵਿੱਚ ਆਪ ਪੈ ਜਾਵੇ ਵਿਅਕਤੀ, ਤੇ ਉਸ ਸਥਿਤੀ ਨੂੰ ਦੱਸਣ ਲਈ ਕਹਿੰਦੇ ਆਪੇ ਫਾਥੜੀਏ, ਤੈਨੂੰ ਕੌਣ ਛਡਾਏ। ਤੁਹਾਡੀ ਪੁਸਤਕ ਦੇ ਵਿੱਚ ਦਿੱਤੀ ਹੋਈ ਇਸ ਅਖੌਤ ਦੀ ਵਾਕ ਵਰਤੋਂ ਮਨਜੋਤ ਨੇ ਆਪਣੀ ਮਰਜ਼ੀ ਨਾਲ ਮਾਪਿਆਂ ਤੋਂ ਬਾਗੀ ਹੋ ਕੇ ਅਦਾਲਤੀ ਵਿਆਹ ਕਰਵਾ ਲਿਆ, ਜਦੋਂ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਮੁੰਡਾ ਸ਼ਰਾਬੀ ਅਤੇ ਅੜਬਸਵਾਦਾ। ਹੁਣ ਨਿੱਤ ਦੇ ਕਲੇਸ਼ ਤੋਂ ਦੁਖੀ ਹੋ ਕੇ ਇੱਕ ਦਿਨ ਉਹ ਆਪਣੀ ਮਾਂ ਕੋਲ ਆ ਕੇ ਰੋਣ ਲੱਗੀ, ਤਾਂ ਉਸ ਦੀ ਮਾਂ ਨੇ ਕਿਹਾ, ਕੁੜੀਏ ਇਸ ਵਿੱਚ ਅਸੀਂ ਕੀ ਕਰ ਸਕਦੇ ਹਾਂ? ਆਪੇ ਫਾਥੜੀਏ, ਤੈਨੂੰ ਕੌਣ ਛੁਡਾਏ। ਇੱਦਾਂ ਵੀ ਕਹਿ ਸਕਦੇ ਹਾਂ ਕਿ ਰਮੇਸ਼
ਨਸ਼ਿਆਂ ਦੀ ਦਲਦਲ ਦੇ ਵਿੱਚ ਦੋਸਤਾਂ ਦੇ ਨਾਲ ਅਯਾਸ਼ੀ ਕਰਨ ਲੱਗ ਪਿਆ। ਹੁਣ ਕਦੇ ਕਿਸੇ ਨਾਲ ਲੜਾਈ, ਕਦੀ ਕਿਸੇ ਨਾਲ ਲੜਾਈ, ਘਰ ਦਾ ਵੀ ਉਜਾੜਾ ਹੋ ਗਿਆ। ਤੇ ਜਦੋਂ ਬਾਪ ਕੋਲ ਆਇਆ ਵੀ ਮੇਰਾ ਖਹਿੜਾ ਛਡਾਓ, ਮੈਂ ਬਹੁਤ ਦੁਖੀ ਹਾਂ, ਤੇ ਬਾਪ ਨੇ ਫਿਰ ਗੁੱਸੇ ਦੇ ਵਿੱਚ ਕਿਹਾ ਵੀ ਕਾਕਾ ਆਪੇ ਹੀ ਇਸ ਦਲਦਲ 'ਚ ਤੂੰ ਫਸਿਆ, ਆਪੇ ਫਾਥੜੀਏ ਤੈਨੂੰ ਕੌਣ ਛਡਾਏ। ਇਹ ਹੁਣ ਜੰਜਾਲ ਤੈਨੂੰ ਇਸ ਐਬ ਦੇ ਵਿੱਚੋਂ ਹੁਣ ਤੈਨੂੰ ਆਪ ਹੀ ਨਿਕਲਣਾ ਪੈਣਾ। ਸੋ ਇਹ ਸਨ 5 ਅਖੌਤਾਂ ਜੇ ਤੁਹਾਡੇ ਨਾਲ ਅਸੀਂ ਡਿਸਕਸ ਕੀਤੀਆਂ ਨੇ। ਸੋ ਅਗਲੀਆਂ ਇਹ ਜਿਹੜੀਆਂ 5 ਅਖੌਤਾਂ ਨੇ ਉਹਦੀ ਅਭਿਆਸੀ ਕਾਰਜ ਕੀ ਹੈ ਤੁਹਾਡੇ ਲਈ? ਅਖੌਤਾਂ ਨੂੰ ਯਾਦ ਕਰਨਾ ਤਾਂ ਕਿ ਜਦੋਂ ਅਧੂਰੀ ਅਖੌਤ ਦਿੱਤੀ ਜਾਵੇ ਤਾਂ ਤੁਹਾਨੂੰ ਪੂਰੀ ਕਰਨੀ ਆ ਜਾਵੇ। 2 ਨੰਬਰ ਇਸੇ ਚੀਜ਼ ਦੇ ਨੇ। ਅਖੌਤਾਂ ਦੀ ਵਰਤੋਂ ਸਥਿਤੀ ਦੱਸਣਾ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਅਖੌਤ ਵਰਤੀ ਕਿੱਥੇ ਜਾਂਦੀ ਹੈ। ਅਗਲੀ, ਅਖੌਤਾਂ ਨੂੰ ਆਪਣੇ ਵੱਲੋਂ 2 ਵੱਖ-ਵੱਖ ਵਾਕਾਂ ਵਿੱਚ ਵਰਤਣਾ। ਇਹ ਕਾਪੀਆਂ ਤੋਂ ਤੁਸੀਂ ਲਿਖ ਲੈਣਾ ਤੇ ਵਾਕਾਂ ਦੇ ਵਿੱਚ ਇਹਨੂੰ ਅੱਛੇ ਤਰੀਕੇ ਦੇ ਨਾਲ ਇਸ ਦੇ ਅਭਿਆਸੀ ਪ੍ਰਸ਼ਨ ਵੀ ਤੁਸੀਂ ਯਾਦ ਕਰਨੇ ਆ। ਕਿਸੇ ਕਿਸਮ ਦੀ ਕੋਈ ਸਮੱਸਿਆ ਹੋਵੇ ਮੇਰੇ WhatsApp ਨੰਬਰ ਤੇ ਜਿਹੜਾ ਕਿ ਮੈਂ ਨੰਬਰ ਦਿੱਤਾ ਹੋਇਆ ਉਹਦੇ ਤੇ ਤੁਸੀਂ ਮੈਸੇਜ ਕਰਕੇ ਜਿਹੜਾ ਤੁਹਾਡਾ ਪ੍ਰਸ਼ਨ ਹੈ, ਕੁਐਰੀ ਹੈ, ਉਹਦਾ ਉੱਤਰ ਮੇਰੇ ਕੋਲੋਂ ਲੈ ਸਕਦੇ ਹੋ। ਤਦ ਤੱਕ ਲਈ ਸ਼ੁਕਰੀਆ।